पंजाब की जवानी ते पंजाब की किसानी इस वेले अपने आप को लुटिया महसूस कर रही है, अपना भविख धुंधला महसूस कर रही है। जवान जिहड़े वो सड़कों के उत्ते बेरोजगार नज़र आ रहे, हत्थ विच डिग्रियां डिप्लोमे आ, लेकिन किते उन्होंने नौकरी नहीं मिल रही। इस तरह किसान है खुदकशियां कर रहा, उन्होंने दे कोल इन्नियां महंगियां जमीनां होने के बावजूद अज उन्होंने दे हालात जिहड़े एक रेहड़ी लगाउण वाला दुकानदार है उस तो भी भैड़े होए पे ने। किसानां दे भविख दे उत्ते सੱਟ मारन लई पूंजीपतियां नाल रल के अडानियां बानियां नाल रल के मोदी ने जो कुछ किया, प्रधानमंत्री नरेंद्र मोदी ने कैबिनेट दे विच जदों ये मसला आया सी तां बीबा हरसिमरत कौर नूं उदों इस्तीफा दे देना चाहिदा सी, उन्होंने नहीं दिता। ਤੁਹਾਡੀ वजह की रही श्रोमणी अकाली दल बादल ਨੂੰ ਛੱਡਣ ਦੀ? क्यों ਤੁਸੀਂ ਛੱਡੀ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦਾ ਗੁੰਮ ਹੋਣਾ, ਚੋਰੀ ਹੋਣਾ ਵਾੜਾ ਜਵਾਹਰ ਸਿੰਘ ਵਾਲਾ ਤੋਂ ਉਸ ਵੇਲੇ ਬਾਦਲ ਦੀ ਸਰਕਾਰ ਸੀ। ਬਾਦਲ ਦੀ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਉਸ ਤੋਂ ਬਾਅਦ ਦੋਸ਼ ਆਇਆ ਡੇਰਾ ਸਿਰਸਾ ਦੇ ਉੱਤੇ, ਲੇਕਿਨ ਡੇਰਾ ਸਿਰਸਾ ਨੂੰ ਪਹਿਲਾਂ ਤੋਂ ਹੀ ਉਹ ਜਿਹੜੇ ਇੱਕ ਵਾਦ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਉਹਨਾਂ ਦਾ ਬਾਈਕਾਟ ਦਾ ਸੱਦਾ ਹੋਇਆ ਸੀ, ਤਾਂ ਉਸ ਵਿਅਕਤੀ ਨੂੰ ਮਾਫੀ ਦਿੱਤੀ ਗਈ। ਔਰ ਉਹ ਮਾਫੀ ਦੇ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਸਿੱਧੇ ਦੋਸ਼ ਲੱਗਦੇ ਸੀ ਕਿ ਮਾਫੀ ਦੇ ਵਿੱਚ ਇਹਨਾਂ ਦੇ ਅਹਿਮ ਭੂਮਿਕਾ ਨਿਭਾਈ। ਬੀਜੇਪੀ ਨਾਲ ਗੱਠਜੋੜ ਟੁੱਟਿਆ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਅੱਜ ਸੋਸ਼ਲ ਮੀਡੀਆ ਦੇਖੋ, ਉੱਥੇ ਕਿੰਨੇ ਕਮੈਂਟਸ ਇਹੋ ਜਿਹੇ ਆ ਰਹੇ ਆ ਕਿ ਤੁਹਾਡੇ ਡਰਾਮੇ ਹੁਣ ਨਹੀਂ ਚੱਲਣੇ। ਸੋ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਵੜ ਚੁੱਕੀ ਹੈ ਕਿ ਪੰਜਾਬ ਦੇ ਨਾਲ ਧੋਖਾ ਕਰਨ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਵਿੱਚੋਂ ਇੱਕ ਅਕਾਲੀ ਦਲ ਬਾਦਲ ਵੀ ਹੈ। ਰਾਜਨੀਤੀ ਦੇ ਵਿੱਚ ਇੱਕ ਬਦਲਾਅ ਦੀ ਲਹਿਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਭਾਵੇਂ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਸੀ ਮੈਂ ਸਰਕਾਰ ਬਣਾ ਲਾਂਗੀ, ਪਰ ਉਹ ਇਕੱਲੇ ਸਨ, ਇਕੱਲਿਆਂ ਹੋਣ ਕਰਕੇ ਉਦੋਂ ਸਰਕਾਰ ਨਹੀਂ ਬਣਾ ਸਕੇ। ਅੱਜ ਵੀ ਸਿਚੁਏਸ਼ਨ ਉਹ ਹੈ। ਅੱਜ ਕੋਈ ਵੀ ਇਕੱਲਾ ਜੇ ਅਸੀਂ ਕਹੀਏ ਕਿ ਅਸੀਂ ਕੁਝ ਕਰ ਲਾਂਗੇ, ਇਕੱਲਿਆਂ ਕਿਸੇ ਕੋਲ ਨਹੀਂ ਹੋਣਾ। ਢੀਂਡਸਾ ਸਾਹਿਬ ਕਹਿ ਦੇਣ ਅਸੀਂ ਕੁਝ ਕਰ ਲਾਂਗੇ, ਉਹਨਾਂ ਕੋਲ ਵੀ ਕੁਝ ਨਹੀਂ ਹੋਣਾ। ਇਸ ਲਈ ਸਾਨੂੰ ਇੱਕ ਜੁੜਤਾ ਦਿਖਾਉਣ ਦੀ ਲੋੜ ਹੈ। ਗੱਠਜੋੜ ਬੀਜੇਪੀ ਦੇ ਨਾਲ ਹੋ ਸਕਦਾ? ਜਿਸ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਬਾਦਲ ਵਰਗੀ ਪਾਰਟੀ ਜਿਹਦੇ ਉੱਤੇ ਇੰਨੇ ਦੋਸ਼ ਲੱਗੇ ਉਹ ਵੀ ਉਹਦੇ ਨਾਲ ਗੱਠਜੋੜ ਤੋੜ ਲੈਂਦੀ ਹੈ, ਤਾਂ ਉਹਦੇ ਨਾਲ ਜਿਹੜਾ ਵੀ ਗੱਠਜੋੜ ਕਰੇਗਾ ਉਹ ਤਾਂ ਖਾਈ ਦੇ ਵਿੱਚ ਨਹੀਂ, ਥੱਲੇ ਖੂਹ ਦੇ ਵਿੱਚ ਡਿੱਗ ਪਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ, ਪਾਵਨ ਪਵਿੱਤਰ ਸਰੂਪ ਚੋਰੀ ਹੋਏ, ਉਹਨਾਂ ਨੇ SGPC ਨੇ ਦੋਸ਼ੀਆਂ ਨੂੰ ਵੀ ਕਰਾਰ ਕੀਤੇ, ਉਹਨਾਂ ਨੂੰ ਸਜ਼ਾ ਵੀ ਦਿੱਤੀ। ਫਾਇਦਾ ਕੀ ਹੋਇਆ? ਕਿਉਂਕਿ ਸਰੂਪ ਤਾਂ ਵਾਪਸ ਆਏ ਹੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਲੱਗਾ, ਤਾਂ ਉਹ ਪ੍ਰਸ਼ਨ ਚਿੰਨ੍ਹ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹੋਵੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਹੋਵੇ, ਉਹ ਸਿੱਖ ਲਈ ਬਹੁਤ ਵੱਡਾ ਨੁਕਸਾਨਦੇਹ ਹੈ। ਸ਼੍ਰੋਮਣੀ ਅਕਾਲੀ ਦਲ ਕਿਹੜੀ ਹੈ ਹੁਣ ਪਾਰਟੀ? ਕਿਹੜੇ ਹੀ ਲੋਕ ਮੰਨਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣ ਚੁੱਕਾ ਹੈ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਵਾਲੀ ਪਹਿਲਾਂ ਹੀ ਚੱਲ ਰਹੀ ਹੈ। ਕਿਹੜੀ ਹੁਣ ਅਸਲ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਲੋਕ ਵਿਸ਼ਵਾਸ ਕਰਨ? ਲੇਕਿਨ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਧਾਰਮਿਕ ਜਥੇਬੰਦੀ, ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਉਹਦਾ ਗਰਾਫ ਥੱਲੇ ਕਿਉਂ ਡਿੱਗਿਆ? ਜੇਕਰ ਇਸ ਵਕਤ ਤੋਂ ਪਹਿਲਾਂ ਸਮਝ ਜਾਣਗੇ ਤਾਂ ਉਸ ਦੇ ਨਾਲ ਪੰਜਾਬ ਦਾ ਵੀ ਭਲਾ ਹੋਵੇਗਾ, ਪੰਥ ਦਾ ਵੀ ਭਲਾ ਹੋਵੇਗਾ। ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਨੁਕਸਾਨ ਪਹੁੰਚ ਚੁੱਕਾ, ਇਹ ਅਸੀਂ ਗੱਲ ਮੰਨਦੇ ਹਾਂ। ਤਾਂ ਇਸ ਨੂੰ ਹੋਰ ਨੁਕਸਾਨ ਨਹੀਂ ਪਹੁੰਚਣ ਦੇਣਾ ਚਾਹੀਦਾ, ਉਸ ਲਈ ਅਸੀਂ ਚੰਗੇ ਯਤਨ ਕਰ ਰਹੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ, ਤੇ ਅੱਜ ਗੱਲ ਕਰਾਂਗੇ ਸਿਆਸਤ ਦੀ, ਪੰਜਾਬ ਦੀ ਸਿਆਸਤ ਅਤੇ ਪੰਜਾਬ ਦੀ ਸਿਆਸੀ ਪਾਰਟੀਆਂ ਦੀ। ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਸਭ ਤੋਂ ਪੁਰਾਣੀ ਪਾਰਟੀ ਹੈ ਜੋ ਪੰਥਕ ਪਾਰਟੀ ਕਹਾਉਂਦੀ ਸੀਗੀ। ਅੱਜ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਕਾਫੀ ਡਾਊਨ ਜਾ ਰਿਹਾ। 9 ਮਾਸ ਦਾ ਜਿਹੜਾ ਬੀਜੇਪੀ ਦੇ ਨਾਲ ਰਿਸ਼ਤਾ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਟੁੱਟ ਗਿਆ। ਅਕਾਲੀ ਦਲ 'ਚੋਂ ਹੀ ਕਾਫੀ ਆਗੂ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ 'ਚੋਂ, ਤੇ ਕਈ ਅਕਾਲੀ ਦਲ ਵੀ ਹੋਰ ਨਵੇਂ ਬਣਾਏ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ, ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਕਰਨੈਲ ਸਿੰਘ ਪੀਰ ਮੁਹੰਮਦ ਜੀ, ਜੋ ਜਨਰਲ ਸਕੱਤਰ ਵੀ ਨੇ ਅਤੇ ਬੁਲਾਰੇ ਵੀ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੁਹੰਮਦ ਸਾਹਿਬ, ਸਵਾਗਤ ਹੈ ਪਹਿਲਾਂ ਬਹੁਤ ਬਹੁਤ। ਕਰਨੈਲ ਸਿੰਘ ਜੀ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਦਾ, ਅਕਾਲੀ ਦਲ ਚੋਂ ਨਿਕਲ ਕੇ ਬ੍ਰਹਮਪੁਰਾ ਸਾਹਿਬ ਬਣਾਉਂਦੇ ਨੇ,
ਟਕਸਾਲੀ ਬਣਾਉਂਦੇ ਨੇ, ਤੁਸੀਂ ਵੀ ਉਹ ਜੁਆਇਨ ਕਰਦੇ ਹੋ। ਕਾਫੀ ਜੋਸ਼ ਭਰੇ ਅੰਦਾਜ਼ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਦਾ। ਕੁਝ ਮਹੀਨਿਆਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਜਾਂਦਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਸ ਸਮੇਂ ਚੁੱਪ ਕਿਉਂ ਹੈ? ਕਿੱਥੇ ਗਾਇਬ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੋ ਇਹਦੇ ਜੋਸ਼ ਦੇ ਨਾਲ ਆਇਆ ਸੀ? ਨਹੀਂ ਦੇਖੋ, ਬਿਲਕੁਲ ਚੁੱਪ ਨਹੀਂ ਤੇ ਨਾ ਹੀ ਅਸੀਂ ਆਪਣੀਆਂ ਸਰਗਰਮੀਆਂ ਘਟਾਈਆਂ ਨੇ। ਮਸਲਾ ਇਹ ਆ ਕਿ ਜਿਵੇਂ ਤੁਸੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਅੱਜ ਇੱਕ ਚੇਤਨਤਾ ਦੀ ਜਿਹੜੀ ਇੱਕ ਲਹਿਰ ਹੈ ਉਹ ਤਾਂ ਪੈਦਾ ਹੋ ਸਕਦੀ ਹੈ ਜੇਕਰ ਅਸੀਂ ਸਾਹਮਣੇ ਇੱਕ ਜੁਟਤਾ ਦੇ ਨਾਲ ਆਈਏ। ਜਦੋਂ ਦੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਅਲੱਗ ਆਪਣਾ ਡੈਮੋਕ੍ਰੈਟਿਕ ਦਲ ਬਣਾਇਆ ਜੀ, ਤਾਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦੇ ਵਿੱਚ ਪਹਿਲਾਂ ਹੀ ਇੰਨੀ ਦਲਦਲ ਹੋਈ ਪਈ ਹੈ। ਕਿੰਨੇ ਹੀ ਦਲ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ, ਤੇ ਅਸੀਂ ਹਰ ਦਿਨ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਦਈਏ ਕਿ ਲੈ ਵੀ ਅਸੀਂ ਕੋਈ ਵੱਖਰਾ ਕੁਝ ਕਰ ਰਹੇ ਹਾਂ। ਅੱਜ ਜਿਹੜਾ ਮਸਲਾ ਹੈ, ਜਿਵੇਂ ਕਿਸਾਨਾਂ ਦਾ ਮਸਲਾ ਚੱਲ ਰਿਹਾ, ਤਾਂ ਕਿਸਾਨਾਂ ਦੇ ਮਸਲੇ ਦੇ ਉੱਤੇ ਅਸੀਂ ਕੋਈ ਵੱਖਰੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਅਸੀਂ ਚਾਹ ਰਹੇ ਹਾਂ ਕਿ ਜਿਹੜਾ ਕਿਸਾਨਾਂ ਦਾ ਜੋ ਸੰਘਰਸ਼ ਹੈ ਉਸ ਨੂੰ ਅਸੀਂ ਸਾਥ ਤੇ ਸਹਿਯੋਗ ਕਰੀਏ, ਕਿਉਂਕਿ ਅਸੀਂ ਖੁਦ ਕਿਸਾਨ ਹਾਂ। ਤੇ ਸਾਡੇ ਪ੍ਰਧਾਨ ਜਿਹੜੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਉਹ ਲਗਾਤਾਰ ਜਿਹੜੇ ਪ੍ਰੋਗਰਾਮ ਨੇ ਕਿਸਾਨਾਂ ਦੇ ਸੰਘਰਸ਼ ਦੇ, ਜਿਵੇਂ ਪੰਜਾਬ ਬੰਦ ਦਾ ਸੱਦਾ ਆਇਆ ਸੀ, ਜਾਂ ਉਸ ਤੋਂ ਬਾਅਦ ਅੱਜ ਤੋਂ ਜਿਹੜਾ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ, ਤਾਂ ਜਾਂ ਜਿੰਨੇ ਵੀ ਮਸਲੇ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਲਗਾਤਾਰ ਇੱਕ ਆਪਣਾ ਸੰਘਰਸ਼ ਕਰ ਰਹੇ ਹਾਂ, ਉਹਦੇ ਵਿੱਚ ਸਹਿਯੋਗ ਕਰ ਰਹੇ ਹਾਂ। ਤੇ ਸਾਡੀ ਐਕਟੀਵਿਟੀ ਜਿਹੜੀ ਵੇਖੋ, ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਸਾਹਿਬ ਬਣਾਇਆ, ਕਿਉਂਕਿ ਪਾਰਟੀ ਦਾ ਸ਼ੁਰੂ ਤੋਂ ਜਦੋਂ ਪਾਰਟੀ 1920 ਦੇ ਵਿੱਚ ਗਠਿਤ ਹੋਈ ਸੀ 14 ਦਸੰਬਰ ਨੂੰ, ਤਾਂ ਉਸ ਦਾ ਦਫ਼ਤਰ ਜਿਹੜਾ ਹੈ ਉਹ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਹੀ ਚੁਣਿਆ ਗਿਆ ਸੀ। ਤਾਂ ਇਸ ਦੇ ਨਾਲ ਹੀ ਅਸੀਂ ਸਬ ਆਫਿਸ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਬਣਾਇਆ। ਤਾਂ ਸਾਡੀਆਂ ਸਰਗਰਮੀਆਂ ਜਿਹੜੀਆਂ ਨਿਰੰਤਰ ਜਾਰੀ ਨੇ, ਲੇਕਿਨ ਕਿਉਂਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਕੋਈ ਵੱਖਰੇ ਪ੍ਰੋਗਰਾਮ ਨੇ ਉਹ ਅਜੇ ਦੇਣ ਦਾ ਕੋਈ ਮੌਕਾ ਨਹੀਂ ਹੈਗਾ, ਕਿਉਂਕਿ ਅਜੇ ਜਿਹੜਾ ਸੰਘਰਸ਼ 3 ਆਰਡੀਨੈਂਸਾਂ ਨੂੰ ਲੈ ਕੇ ਚੱਲ ਰਿਹਾ, ਉਸ ਦੇ ਵਿੱਚ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਨੇ ਉਹਨਾਂ ਦੀਆਂ ਹੀ ਪਹਿਲਾਂ ਹੀ 31 ਦੇ ਕਰੀਬ ਜਥੇਬੰਦੀਆਂ ਨੇ। ਤਾਂ ਉਹਨਾਂ ਨੇ ਇੱਕ ਸਾਂਝਾ ਪ੍ਰੋਗਰਾਮ ਲਿਖਿਆ, ਉਸ ਦੇ ਵਿੱਚ ਗਾਇਕ ਵੀ ਸ਼ਾਮਲ ਹੋ ਗਏ, ਉਸ ਦੇ ਵਿੱਚ ਬਹੁਤ ਸਾਰੇ ਹੋਰ ਲੋਕ ਵੀ ਸ਼ਾਮਲ ਹੋ ਰਹੇ ਨੇ। ਤਾਂ ਅਸੀਂ ਚਾਹ ਰਹੇ ਹਾਂ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇੱਕ ਪਾਰਟੀ ਵਜੋਂ ਸਹਿਯੋਗ ਕਰੇ, ਨਾ ਕਿ ਉਸ ਦੇ ਵਿੱਚ ਕੋਈ ਅਸੀਂ ਵੱਖਰੇ ਤੌਰ ਦੇ ਉੱਤੇ ਆਪਣਾ ਕੋਈ ਮੁਹਾਜ ਖੋਲ ਦਈਏ। ਸੋ ਇਸ ਕਰਕੇ ਸ਼ਾਇਦ ਤੁਹਾਨੂੰ ਨਜ਼ਰ ਨਹੀਂ ਆ ਰਹੇ ਹੋਵਾਂਗੇ, ਲੇਕਿਨ ਅਸੀਂ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਸਰਗਰਮੀਆਂ ਨਿਰੰਤਰ ਜਾਰੀ ਰੱਖਾਂਗੇ। ਸ਼੍ਰੋਮਣੀ ਅਕਾਲੀ ਦਲ ਕਿਹੜੀ ਹੈ ਹੁਣ ਪਾਰਟੀ? ਕਿਹੜੇ ਹੀ ਲੋਕ ਮੰਨਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣ ਚੁੱਕਾ ਹੈ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਵਾਲੀ ਪਹਿਲਾਂ ਹੀ ਚੱਲ ਰਹੀ ਹੈ। ਕਿਹੜੀ ਹੁਣ ਅਸਲ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਲੋਕ ਵਿਸ਼ਵਾਸ ਕਰਨ? ਦੇਖੋ, ਗੱਲ ਇਹ ਆ ਕਿ ਜਦੋਂ ਕਿਸੇ ਚੀਜ਼ ਦੇ ਉੱਤੇ ਕਬਜ਼ਾ ਹੋ ਜੇ ਨਾ, ਤਾਂ ਕਬਜ਼ੇ ਦੇ ਵਿੱਚ ਡਿਸਪਿਊਟ ਪੈ ਜਾਂਦਾ। ਆਪਾਂ ਇੱਕ ਜ਼ਮੀਨ ਹੈ, ਉਸ ਜ਼ਮੀਨ ਦਾ ਇੱਕ ਟੁਕੜਾ ਹੋਵੇ ਤਾਂ ਉਸ ਦੇ ਉੱਤੇ ਮੈਂ ਕਹਾਂ ਕਿ ਰਜਿਸਟਰੀ ਤਾਂ ਮੇਰੇ ਨਾਮ ਹੈ ਤੇ ਇਹਦੇ ਉੱਤੇ ਹੋਰ ਕੋਈ ਕਬਜ਼ਾ ਕਰ ਨਹੀਂ ਸਕਦਾ। ਤਾਂ ਲੇਕਿਨ ਉੱਥੇ ਇੱਕ ਅਧਿਕਾਰ ਹੁੰਦੇ ਨੇ, ਜਿਵੇਂ ਆਪਾਂ ਘਰਾਂ ਦੇ ਵਿੱਚ ਵੇਖਦੇ ਹਾਂ ਕਿ ਜ਼ਮੀਨ ਤਾਂ ਕਿਸੇ ਇੱਕ ਦੇ ਨਾਮ ਤੇ ਹੀ ਹੁੰਦੀ ਹੈ, ਲੇਕਿਨ ਉਹਦੇ ਵਿੱਚ ਗਾਂ ਪੁੱਤ ਵੀ ਆਪਣੀ ਜਗ੍ਹਾ ਰੱਖਦੇ ਹੁੰਦੇ ਆ, ਪੋਤਰੇ ਵੀ ਜਗ੍ਹਾ ਰੱਖਦੇ ਆ, ਉਹਦੇ ਵਿੱਚ ਧੀਆਂ ਵੀ ਆਪਣੀ ਜਗ੍ਹਾ ਰੱਖਦੀਆਂ। ਇਸੇ ਤਰ੍ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ 1920 14 ਦਸੰਬਰ ਨੂੰ ਗਠਿਤ ਕੀਤਾ ਗਿਆ, ਉਹ ਤਾਂ ਸੀ ਸਾਡੇ ਪੂਰਵਜਾਂ ਨੇ, ਸਾਡੇ ਉਸ ਵੇਲੇ ਦੇ ਇੱਕ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਸੈਕਰੀਫਾਈ ਕੀਤਾ ਕਿ ਜਿਵੇਂ ਆਪਾਂ ਕੋਈ ਜ਼ਮੀਨ ਜੇ ਲਈਏ ਤਾਂ ਉਸ ਲਈ ਇੱਕ ਮਿਹਨਤ ਕੀਤੀ ਹੁੰਦੀ ਹੈ। ਤਾਂ ਉਸ ਮਿਹਨਤ ਦੇ ਉੱਤੇ ਜਿਹੜਾ ਕਬਜ਼ਾ ਹੈ ਉਹ ਇੱਕ ਪਰਿਵਾਰ ਨੇ ਕਰ ਲਿਆ, ਤੇ ਪਰਿਵਾਰ ਉਹਨੂੰ ਇੱਕ ਲਿਮਟਿਡ ਕੰਪਨੀ ਦੇ ਤੌਰ ਦੇ ਉੱਤੇ ਚਲਾਉਣ ਲੱਗ ਪਿਆ। ਤਾਂ ਉਸ ਦੇ ਵਿੱਚੋਂ ਫਿਰ ਅਲੱਗ-ਅਲੱਗ ਡਿਸਪਿਊਟ ਦੇ ਤੌਰ ਦੇ ਉੱਤੇ ਬ੍ਰਹਮਪੁਰਾ ਸਾਹਿਬ ਵੀ ਬਾਹਰ ਆਏ। ਜਿਹੜਾ ਤੁਸੀਂ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਉਹ ਸ਼ੁਰੂ ਦੇ ਵਿੱਚ 1996 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਅਲੱਗ ਹੋ ਗਏ, ਫਿਰ ਅੱਗੇ ਜਾ ਕੇ ਹੁਣ ਢੀਂਡਸਾ ਸਾਹਿਬ ਹੋ ਗਏ ਨੇ। ਤਾਂ ਇਹ ਜਿਹੜਾ ਅਕਾਲੀ ਦਲ ਤੋਂ ਦਲਦਲ ਬਣਾਉਣ ਦੀ ਇਹ ਜ਼ਿੰਮੇਵਾਰੀ ਹੈ ਕਿ ਉਸ ਪਰਿਵਾਰ ਦੀ ਹੈ ਜਿਹਨੇ ਇਹਨੂੰ ਇਸ ਤਰ੍ਹਾਂ ਬਖੇੜ ਦਿੱਤਾ। ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਹੁਣ 100 ਸਾਲ ਵਰ੍ਹੇਗੰਢ 14 ਦਸੰਬਰ 2020 ਨੂੰ ਆ ਰਹੀ ਹੈ, ਤਾਂ ਉਸ ਮੌਕੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਇੱਕ ਨਜ਼ਰ ਆਵੇ, ਤਾਂ ਉਸ ਦੇ ਵਿੱਚ ਲੀਡਰਸ਼ਿਪ ਦੀ ਤਬਦੀਲੀ ਦੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ। ਤਾਂ ਇਸ ਗੱਲ ਨੂੰ ਜਿਹੜੇ ਕਬਜ਼ਾਧਾਰੀ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਦਲਦੇ ਰਹੇ ਨੇ। ਪਹਿਲਾਂ ਕਦੀ ਪ੍ਰਧਾਨ ਜਿਹੜੇ ਆ ਮਾਸਟਰ ਤਾਰਾ ਸਿੰਘ ਵੀ ਸਨ, ਫਿਰ
ਇਸ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੋੜ ਵੀ ਰਹੇ ਨੇ ਔਰ ਇਸ ਦੇ ਪ੍ਰਧਾਨ ਲਗਾਤਾਰ ਕਦੀ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਰਹੇ, ਕਦੀ ਸਰਦਾਰ ਸਰਜੀਤ ਸਿੰਘ ਬਰਨਾਲਾ ਵੀ ਰਹੇ, ਕਦੀ ਬਾਦਲ ਸਾਹਿਬ ਵੀ ਰਹੇ। ਲੇਕਿਨ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਧਾਰਮਿਕ ਜਥੇਬੰਦੀ, ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਉਹਦਾ ਗਰਾਫ ਥੱਲੇ ਕਿਉਂ ਡਿੱਗਿਆ? ਕਿਉਂਕਿ ਉਹਦੇ ਜਿੰਨੇ ਵੀ ਸੀਨੀਅਰ ਆਗੂ ਸਨ ਉਹ ਅੱਜ ਅਲੱਗ-ਅਲੱਗ ਥਾਵਾਂ ਦੇ ਉੱਤੇ ਆਪਣੇ ਵਿਚਾਰਾਂ ਨੂੰ ਲੈ ਕੇ ਬੈਠੇ ਨੇ। ਤਾਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਲੀਡਰਸ਼ਿਪ ਦੀ ਤਬਦੀਲੀ ਦਾ ਬਹੁਤ ਵੱਡਾ ਇੱਕ ਮੁਹਾਜ ਬਣ ਰਿਹਾ, ਉਸ ਦੇ ਵਿੱਚ ਜੇਕਰ ਇਸ ਵਕਤ ਤੋਂ ਪਹਿਲਾਂ ਸਮਝ ਜਾਣਗੇ ਤਾਂ ਉਸ ਦੇ ਨਾਲ ਪੰਜਾਬ ਦਾ ਵੀ ਭਲਾ ਹੋਵੇਗਾ, ਪੰਥ ਦਾ ਵੀ ਭਲਾ ਹੋਵੇਗਾ। ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਨੁਕਸਾਨ ਪਹੁੰਚ ਚੁੱਕਾ, ਇਹ ਅਸੀਂ ਗੱਲ ਮੰਨਦੇ ਹਾਂ। ਤਾਂ ਇਸ ਨੂੰ ਹੋਰ ਨੁਕਸਾਨ ਨਹੀਂ ਪਹੁੰਚਣ ਦੇਣਾ ਚਾਹੀਦਾ, ਉਸ ਲਈ ਅਸੀਂ ਚੰਗੇ ਯਤਨ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੋਨੋਂ ਆਪਣਾ ਅਲੱਗ-ਅਲੱਗ ਝੰਡਾ ਲੈ ਕੇ ਕਿਉਂ ਲੋਕਾਂ ਦੇ ਵਿੱਚ ਜਾ ਰਹੀਆਂ ਨੇ? ਇੱਕੋ ਪਾਰਟੀ ਦਾ ਝੰਡਾ, ਇੱਕੋ ਹੀ ਝੰਡੇ ਦੇ ਨੀਚੇ ਤੁਸੀਂ ਸਾਰੇ ਨਹੀਂ ਜਾ ਸਕਦੇ, ਇਕੱਠੇ ਨਹੀਂ ਹੋ ਸਕਦੇ। ਸੁਖਦੇਵ ਸਿੰਘ ਢੀਂਡਸਾ ਹੋਰੀ ਵੀ ਕਾਫੀ ਦੇਰ ਰਹੇ ਨੇ, ਚੰਗੇ ਸੰਬੰਧ ਵੀ ਨੇ ਉਹਨਾਂ ਦੇ। ਤੁਸੀਂ ਦੋਨੋਂ ਪਾਰਟੀਆਂ ਇੱਕੋ ਝੰਡੇ ਥੱਲੇ ਨਹੀਂ ਚੱਲ ਸਕਦੀਆਂ, ਅਸੀਂ ਦੋਨਾਂ ਨੂੰ ਅਲੱਗ-ਅਲੱਗ ਪਾਰਟੀ ਕਿਉਂ ਬਣਾਉਣ ਦੀ? ਦੇਖੋ, ਇਸ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਸੀ ਤਾਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਤੋਂ ਪਹਿਲਾਂ ਵੀ ਢੀਂਡਸਾ ਸਾਹਿਬ ਨਾਲ ਵਿਚਾਰ ਵਟਾਂਦਰਾ ਹੋਇਆ, ਬ੍ਰਹਮਪੁਰਾ ਸਾਹਿਬ ਨੇ ਕੀਤਾ। ਲੇਕਿਨ ਉਸ ਵਕਤ ਢੀਂਡਸਾ ਸਾਹਿਬ ਅਜੇ ਪਾਰਟੀ ਦੇ ਅੰਦਰ ਸਨ ਜੀ। ਤਾਂ ਲੇਕਿਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਪਾਰਟੀ ਦੇ ਵਿੱਚ ਹੁਣ ਸਰਗਰਮ ਭੂਮਿਕਾ ਨਹੀਂ ਨਿਭਾਵਾਂਗਾ। ਤਾਂ ਉਹਨਾਂ ਨੂੰ ਪੁੱਛਿਆ ਗਿਆ। ਉਸ ਤੋਂ ਬਾਅਦ ਜਦੋਂ ਹੁਣ ਉਹਨਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਬਾਅਦ ਇੱਥੇ ਲੁਧਿਆਣੇ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ, ਤਾਂ ਉਸ ਵਕਤ ਮੈਂ ਸਮਝਣਾ ਕਿ ਥੋੜੀ ਕਾਹਲੀ ਹੋ ਗਈ, ਢੀਂਡਸਾ ਸਾਹਿਬ ਪਾਸੋਂ ਵੀ ਕਾਹਲੀ ਹੋ ਗਈ, ਜਿਸ ਕਰਕੇ ਜਿਹੜਾ ਇੱਕ ਅਸੀਂ ਚਾਹੁੰਦੇ ਸੀ ਕਿ ਇੱਕੋ ਹੀ ਅਕਾਲੀ ਦਲ ਰਵੇ, ਜਿਹੜਾ ਉਸ ਨੂੰ ਕਾਟ ਕੱਟੇ ਲੀਡਰਸ਼ਿਪ ਦੇ ਜਿਹੜੀ ਇੱਕ ਆਪਾਂ ਕਹਿੰਦੇ ਕਿ ਤਬਦੀਲੀ ਕਰਾਉਣ ਵਾਸਤੇ ਇੱਕ ਜਦੋਜਹਿਦ ਚੱਲ ਰਹੀ ਸੀ, ਲੇਕਿਨ ਉਹ ਨਹੀਂ ਹੋ ਸਕਿਆ। ਲੇਕਿਨ ਹੁਣ ਸਾਡੇ ਯਤਨ ਫਿਰ ਵੀ ਨਿਰੰਤਰ ਜਾਰੀ ਨੇ। ਅਜੇ 2 ਦਿਨ ਪਹਿਲਾਂ ਹੀ ਢੀਂਡਸਾ ਸਾਹਿਬ ਨੇ ਬ੍ਰਹਮਪੁਰਾ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਇਹ ਮੈਂ ਤੁਹਾਡੇ ਲੁਧਿਆਣਾ ਟਾਈਮਜ਼ ਦੇ ਉੱਤੇ ਇਸ ਗੱਲ ਦਾ ਕਰਨਾ ਚਾਹਣਾ ਕਿ ਢੀਂਡਸਾ ਸਾਹਿਬ ਨੇ ਬ੍ਰਹਮਪੁਰਾ ਸਾਹਿਬ ਨਾਲ ਇੱਕ ਮੁਲਾਕਾਤ ਕੀਤੀ ਹੈ ਔਰ ਉਸ ਮੁਲਾਕਾਤ ਦੇ ਵਿੱਚ ਬੜੇ ਚੰਗੇ ਢੰਗ ਦੇ ਨਾਲ ਗੱਲਬਾਤ ਵੀ ਹੋਈ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਚੰਗੇ ਰਿਜ਼ਲਟ ਜਿਹੜੇ ਆ ਇਹਦੇ ਨਿਕਲ ਸਕਦੇ ਨੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਡੈਮੋਕ੍ਰੈਟਿਕ ਇਕੱਠੇ ਹੋ ਸਕਦੇ ਨੇ? ਮਤਲਬ ਦੇਖੋ, ਅਸੀਂ ਤਾਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵੀ ਜਿਹੜੇ ਲੋਕ ਬੈਠੇ ਹੋਏ ਨੇ, ਬਹੁਤ ਸਾਰੇ ਟਕਸਾਲੀ ਨੇਤਾ, ਉਹਨਾਂ ਦੇ ਵਿੱਚ ਜਥੇਦਾਰ ਤੋਤਾ ਸਿੰਘ ਨੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ, ਹੋਰ ਬਹੁਤ ਸਾਰੇ ਆਗੂ ਨੇ, ਉਹ ਵੀ ਆਉਣ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਜੁਟਤਾ ਲਿਆ ਕੇ ਤੇ ਅਸੀਂ ਪੰਜਾਬ ਦੀ ਸਿੱਖ ਕੌਮ ਦੀ ਸੇਵਾ ਕਰ ਸਕੀਏ ਚੰਗੇ ਢੰਗ। ਤੁਹਾਡੀ ਵਜ੍ਹਾ ਕੀ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਣ ਦੀ? ਕਿਉਂ ਤੁਸੀਂ ਛੱਡੀ? ਦੇਖੋ, ਉਹ ਬੜੇ ਵੱਡੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦਾ ਗੁੰਮ ਹੋਣਾ, ਚੋਰੀ ਹੋਣਾ ਵਾੜਾ ਜਵਾਹਰ ਸਿੰਘ ਵਾਲਾ ਤੋਂ। ਉਸ ਵੇਲੇ ਬਾਦਲ ਦੀ ਸਰਕਾਰ ਸੀ, ਬਾਦਲ ਦੀ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਉਸ ਤੋਂ ਬਾਅਦ ਦੋਸ਼ ਆਇਆ ਡੇਰਾ ਸਿਰਸਾ ਦੇ ਉੱਤੇ, ਲੇਕਿਨ ਡੇਰਾ ਸਿਰਸਾ ਨੂੰ ਪਹਿਲਾਂ ਤੋਂ ਹੀ ਉਹ ਜਿਹੜੇ ਇੱਕ ਵਾਦ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਉਹਨਾਂ ਦਾ ਬਾਈਕਾਟ ਦਾ ਸੱਦਾ ਹੋਇਆ ਸੀ। ਤਾਂ ਉਸ ਵਿਅਕਤੀ ਨੂੰ ਮਾਫੀ ਦਿੱਤੀ ਗਈ ਔਰ ਉਹ ਮਾਫੀ ਦੇ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਸਿੱਧੇ ਦੋਸ਼ ਲੱਗਦੇ ਸੀ ਕਿ ਮਾਫੀ ਦੇ ਵਿੱਚ ਇਹਨਾਂ ਦੇ ਅਹਿਮ ਭੂਮਿਕਾ ਨਿਭਾਈ, ਕਿਉਂਕਿ ਜਥੇਦਾਰਾਂ ਨੇ ਖੁਦ ਕਹਿ ਦਿੱਤਾ ਕਿ ਸਾਨੂੰ ਇੱਥੇ ਆਪਣੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬੁਲਾ ਕੇ ਤੇ ਸਾਨੂੰ ਇਹ ਸਾਰਾ ਕੁਝ ਕਰਨ ਲਈ ਮਜਬੂਰ ਕੀਤਾ ਗਿਆ। ਉਸ ਤੋਂ ਬਾਅਦ ਜਿਹੜੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਸੀ, ਉਹਨਾਂ ਮੀਟਿੰਗਾਂ ਦੇ ਵਿੱਚ ਬਕਾਇਦਾ ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ, ਸੇਖਵਾਂ ਸਾਹਿਬ ਜਾਂ ਜਿੰਨੇ ਵੀ ਹੋਰ ਆਗੂ ਸਨ, ਇਹਨਾਂ ਸਾਰਿਆਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜਾ ਆਪਾਂ ਗਲਤੀ ਤੁਹਾਡੇ ਕੋਲ ਹੋਈ ਹੈ ਇਹਨੂੰ ਤੁਸੀਂ ਅਹਿਸਾਸ ਕਰੋ, ਤਾਂ ਇਸ ਗਲਤੀ ਦੇ ਬਦਲੇ 'ਚ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਔਰ ਪਾਰਟੀ ਦੇ ਵਿੱਚ ਜਿਹੜਾ ਇੰਨਾ ਗਰਾਫ ਥੱਲੇ ਗਿਰਿਆ 2015 ਦੇ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਅੱਗੇ 2017 ਦੀਆਂ ਚੋਣਾਂ ਆਈਆਂ, ਉਹ ਚੋਣਾਂ ਵੀ ਹਾਰ ਗਏ। ਤਾਂ ਉਸ ਵਕਤ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਕਿ ਉਹ ਸਟੈਪ ਡਾਊਨ ਕਰ ਦੇ, ਪਰ ਉਹ ਨਹੀਂ ਕੀਤਾ ਉਹਨਾਂ ਨੇ।
ਤਾਂ ਅੱਗੇ ਜਾ ਕੇ ਜਦੋਂ ਫਿਰ ਇਹਨਾਂ ਲੀਡਰਾਂ ਨੇ ਆਪਣੀ ਗੱਲ ਜਨਤਕ ਤੌਰ ਤੇ ਕੀਤੀ ਤਾਂ ਉਹਨਾਂ ਨੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ। ਜਦੋਂ ਪਾਰਟੀ ਚੋਂ ਕੱਢ ਦਿੱਤਾ ਤਾਂ ਫਿਰ ਹੋਰ ਕੋਈ ਰਸਤਾ ਹੀ ਨਹੀਂ ਸੀ ਕਿ ਪੰਜਾਬ ਦੇ ਲੋਕਾਂ ਤੱਕ ਜਾਣ ਵਾਸਤੇ, ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਅਸਲੀਅਤ ਦੱਸਣ ਵਾਸਤੇ ਇਹ ਫਿਰ ਇਹ ਸਾਰਾ ਕੁਝ ਹੋਇਆ। ਤੁਹਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਕਿੱਦਾਂ ਦੇ ਸੰਬੰਧ ਸਨ? ਮੇਰੇ ਕੋਈ ਉਹਨਾਂ ਨਾਲ ਸੰਬੰਧ ਨਹੀਂ ਰਹੇ। ਮੈਂ ਤਾਂ ਉਸ ਦੇ ਵਿੱਚ ਜਦੋਂ ਕੈਪਟਨ ਕਮਲਜੀਤ ਸਿੰਘ ਸਨ, ਉਹ ਫਾਈਨਾਂਸ ਮਿਨਿਸਟਰ ਸਨ, ਉਹਨਾਂ ਨਾਲ ਮੇਰੇ ਬੜੇ ਚੰਗੇ ਸੰਬੰਧ ਸਨ ਤੇ ਬਹੁਤ ਛੋਟੇ ਭਰਾਵਾਂ ਵਾਂਗੂ ਉਹ ਮੈਨੂੰ ਪਿਆਰ ਕਰਦੇ ਸਨ, ਬੱਚਿਆਂ ਵਾਂਗੂ ਪਿਆਰ ਕਰਦੇ ਸਨ। ਉਹਨਾਂ ਦਾ 2009 ਦੇ ਵਿੱਚ ਅਪ੍ਰੈਲ 29 ਨੂੰ ਐਕਸੀਡੈਂਟ ਹੋਇਆ ਸੀ। ਇੱਥੋਂ ਲੁਧਿਆਣੇ ਤੋਂ ਹੀ ਖਰੜ ਨੂੰ ਜਾ ਰਹੇ ਸੀ ਤਾਂ ਉਹ ਵੀ ਇੱਕ ਸ਼ੱਕੀ ਹਾਲਾਤਾਂ ਦੇ ਵਿੱਚ। ਉਸ ਤੋਂ ਬਾਅਦ ਮੈਂ ਇਸ ਪਾਰਟੀ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ। ਉਸ ਤੋਂ ਪਹਿਲਾਂ ਜ਼ਰੂਰ ਮੈਂ ਪੰਜਾਬ ਸਰਕਾਰ ਦੇ ਵਿੱਚ ਵੀ ਸੀ ਤੇ ਹੋਰ ਵੀ ਜੋ ਅਹੁਦੇ ਸਨ ਵਰਕਿੰਗ ਕਮੇਟੀ ਦੇ ਵਿੱਚ ਵੀ ਸਪੈਸ਼ਲ ਇਨਵਾਈਟੀ ਦੇ ਤੌਰ ਤੇ ਸ਼ਾਮਲ ਕੀਤਾ ਹੋਇਆ ਸੀ। ਲੇਕਿਨ ਜਦੋਂ ਕੈਪਟਨ ਸਾਹਿਬ ਦੀ ਮੌਤ ਹੋਈ ਉਸ ਤੋਂ ਬਾਅਦ ਮੈਂ ਤਾਂ ਪਾਸੇ ਹਟ ਗਿਆ ਸੀ। ਉਸ ਤੋਂ ਬਾਅਦ ਤਾਂ ਫਿਰ ਇੱਕ ਬੜਾ ਵੱਡਾ ਘਟਨਾਕ੍ਰਮ ਵਾਪਰਿਆ। ਉਸ ਘਟਨਾਕ੍ਰਮ ਦੇ ਵਿੱਚ ਇੰਜ ਲੱਗਦਾ ਸੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਇਹ ਸ਼੍ਰੋਮਣੀ ਅਕਾਲੀ ਦਲ ਨਾ ਹੋ ਕੇ ਪੰਥ ਵਿਰੋਧੀ ਪਾਰਟੀ ਬਣ ਗਿਆ। ਉਹ ਜਿਹੜੇ ਇੰਨੇ ਵੱਡੇ ਦੋਸ਼ ਲੱਗ ਰਹੇ ਸੀ, ਉਹਨਾਂ ਦੋਸ਼ਾਂ ਦੇ ਉੱਤੇ ਸਹੀ ਫਿਰ ਢੀਂਡਸਾ ਸਾਹਿਬ ਨੇ ਵੀ ਲਾ ਦਿੱਤੀ, ਬ੍ਰਹਮਪੁਰਾ ਸਾਹਿਬ ਨੇ ਵੀ ਲਾ ਦਿੱਤੀ, ਹੋਰ ਵੀ ਡਾਕਟਰ ਰਤਨ ਸਿੰਘ ਜਨਾਲਾ ਆ ਗਏ ਬਾਹਰ ਤੇ ਕਈ ਹੋਰ ਆਗੂ ਜਿਹੜੇ ਬਾਹਰ ਆਏ। ਤਾਂ ਫਿਰ ਇੰਜ ਲੱਗਣ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਰਿਵਾਈਵ, ਇੱਕ ਜਿਹੜਾ ਇਹ ਆਤਮ ਮੰਥਨ ਕਰਨ ਦੀ ਲੋੜ ਹੈ, ਉਹ ਆਤਮ ਮੰਥਨ ਅੱਜ ਤੱਕ ਨਹੀਂ ਹੋਇਆ। ਅੱਜ ਤੱਕ ਵੀ ਅੱਜ ਦੇ ਦਿਨ ਜਦੋਂ ਆਪਾਂ ਬੈਠੇ ਹਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ 3 ਤਖਤਾਂ ਤੋਂ, ਤੁਸੀਂ ਦੇਖੋ ਦਿੱਲੀ ਦੇ ਤਖਤ ਨਾਲ ਸਾਡੀ ਟੱਕਰ ਹੈ ਤੇ ਅਕਾਲ ਤਖਤ ਸਾਹਿਬ ਤੋਂ ਅਸੀਂ ਅਰਦਾਸ ਤਾਂ ਕਰ ਸਕਦੇ ਹਾਂ ਅਕਾਲ ਤਖਤ ਸਾਹਿਬ ਅੱਗੇ ਕਿ ਸਾਨੂੰ ਸ਼ਕਤੀ ਬਖਸ਼ੋ, ਲੇਕਿਨ ਅਕਾਲ ਤਖਤ ਸਾਹਿਬ ਤੋਂ ਅਸੀਂ ਕੋਈ ਮੰਗ ਲੈ ਕੇ ਅਸੀਂ ਦਿੱਲੀ ਦੇ ਤਖਤ ਨੂੰ ਜਾਈਏ, ਇਹ ਸਾਡੇ ਵਾਸਤੇ ਸ਼ੋਭਾ ਨਹੀਂ ਦਿੰਦਾ। ਇਹ ਜਿਹੜੀਆਂ ਗੱਲਾਂ ਕਰ ਰਹੇ ਨੇ, ਇਹ ਪਤਾ ਨਹੀਂ ਉਹਨਾਂ ਦੇ ਕਿਹੜੇ ਸਲਾਹਕਾਰ ਨੇ ਜਿਹੜੇ ਅੱਜ ਵੀ ਉਹਨਾਂ ਨੂੰ ਮਰਜ਼ਾਦਾ ਦੀ ਜਿਹੜੀ ਅਸਲ ਭੂਮਿਕਾ ਨਿਭਾਉਣ ਤੋਂ ਉਹਨਾਂ ਨੂੰ ਗਰੇਜ ਕਰਨ ਵਾਸਤੇ ਕਹਿ ਰਹੇ ਨੇ। ਔਰ ਉਹ ਭਾਵੇਂ ਜਾਣਬੁੱਝ ਕੇ ਕਰ ਰਹੇ ਜਾਂ ਅਣਜਾਣੇ ਦੇ ਵਿੱਚ ਕਰ ਰਹੇ ਨੇ। ਇਹ ਇਤਿਹਾਸ ਦੇ ਵਿੱਚ ਇੱਕ ਮੈਂ ਸਮਝਣਾ ਕਿ ਕੁਝ ਵੱਖਰੇ ਤਰੀਕੇ ਨਾਲ ਇਹ ਚੱਲ ਰਹੇ ਨੇ, ਜਿਹੜਾ ਕਿ ਇਤਿਹਾਸ ਦੇ ਬਿਲਕੁਲ ਉਲਟੇ। ਜਿਹੜਾ ਸਿੱਖ ਕੌਮ ਦਾ ਇਤਿਹਾਸ ਹੈ ਕਿ ਦਿੱਲੀ ਦੇ ਤਖਤ ਨੂੰ ਹਮੇਸ਼ਾ ਅਕਾਲ ਤਖਤ ਸਾਹਿਬ ਨੇ ਵੰਗਾਰ ਦਿੱਤੀ ਜਦੋਂ ਵੀ ਜ਼ਬਰ ਜ਼ੁਲਮ ਹੋਇਆ। ਤੇ ਅੱਜ ਵੀ ਸਾਡੇ ਜਿਹੜਾ ਮੇਨ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਉਹ ਹੈਗਾ ਕਿਸਾਨਾਂ ਦਾ ਜਿਹੜਾ ਭਵਿੱਖ, ਤੇ ਕਿਸਾਨਾਂ ਦੇ ਭਵਿੱਖ ਦੇ ਉੱਤੇ ਸੱਟ ਮਾਰਨ ਲਈ ਪੂੰਜੀਪਤੀਆਂ ਨਾਲ ਰਲ ਕੇ, ਅਡਾਨੀਆਂ ਬਾਨੀਆਂ ਨਾਲ ਰਲ ਕੇ ਮੋਦੀ ਨੇ ਜੋ ਕੁਝ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਦੇ ਵਿੱਚ ਜਦੋਂ ਇਹ ਮਸਲਾ ਆਇਆ ਸੀ ਤਾਂ ਬੀਬਾ ਹਰਸਿਮਰਤ ਕੌਰ ਨੂੰ ਉਦੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ, ਉਹਨਾਂ ਨਹੀਂ ਦਿੱਤਾ। ਉਸ ਤੋਂ ਬਾਅਦ ਵੋਟਿੰਗ ਹੋਈ, ਉਸ ਵੇਲੇ ਵੀ ਨਹੀਂ ਕੋਈ ਗੱਲ ਕੀਤੀ। ਫਿਰ ਕੈਬਨਿਟ ਦੇ ਵਿੱਚੋਂ ਬਾਹਰ ਆਏ, ਫਿਰ ਹੁਣ ਗੱਠਜੋੜ ਤੋੜਿਆ। ਤਾਂ ਹੁਣ ਇੱਕ ਯੋਜਨਾਬੰਦ ਢੰਗ ਦੇ ਨਾਲ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਲੱਗੇ ਕਿ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਸਾਡਾ ਸਹਿਯੋਗੀ ਹੈ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਆਪਣੀ 2022 ਦੀ ਜ਼ਮੀਨ ਤਲਾਸ਼ਣ ਵਾਸਤੇ ਇਸ ਤਰ੍ਹਾਂ ਦੇ ਪ੍ਰਪੰਚ ਰਚ ਰਹੇ ਨੇ। ਸੋ ਅੱਜ ਦੁਨੀਆ ਬਹੁਤ ਸਿਆਣੀ ਹੈ, 21ਵੀਂ ਸਦੀ ਚੱਲ ਰਹੀ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਗੱਲ ਦੁਨੀਆ। ਕਿਸ ਤਰ੍ਹਾਂ ਦੇਖਦੇ ਹੋ ਹੁਣ ਅਕਾਲੀ ਦਲ ਦੀ ਭੂਮਿਕਾ ਨੂੰ? ਅੱਜ ਗਵਰਨਰ ਹਾਊਸ ਦਾ ਵੀ ਘਿਰਾਓ ਕਰਨ ਜਾ ਰਹੇ ਨੇ, 3 ਤਖਤਾਂ ਤੋਂ ਮੋਰਚੇ ਕੱਢ ਕੇ ਗਵਰਨਰ ਹਾਊਸ ਦਾ ਘਿਰਾਓ ਕਰਨ ਜਾ ਰਹੇ ਨੇ। ਕਿਸ ਤਰ੍ਹਾਂ ਭੂਮਿਕਾ ਨੂੰ ਦੇਖਦੇ ਹੋ? ਤੁਹਾਨੂੰ ਨਹੀਂ ਲੱਗਦਾ ਇਹ ਇੱਕ ਕਿਸਾਨਾਂ ਦਾ ਨਹੀਂ, ਇਹ ਸਗੋਂ ਆਪਣੀ ਪੋਲੀਟੀਕਲ, ਜਿੱਦਾਂ ਤੁਸੀਂ ਵੀ ਕਿਹਾ ਕਿ ਆਪਣੀ ਜ਼ਮੀਨ ਬਚਾਉਣ ਲਈ ਇਹ ਕਰ ਰਹੇ ਨੇ? ਦੇਖੋ, ਮੈਨੂੰ ਇਹ ਲੱਗ ਰਿਹਾ ਹੈ ਕਿ ਨੇੜੇ ਭਵਿੱਖ ਦੇ ਵਿੱਚ ਇਹ ਜਿਸ ਪਾਸੇ ਨੂੰ ਗੱਲ ਜਾ ਰਹੀ ਹੈ ਤੇ ਇੱਥੇ ਗਵਰਨਰੀ ਰਾਜ ਵੀ ਲੱਗ ਸਕਦਾ ਪੰਜਾਬ ਦੇ ਵਿੱਚ, ਤਾਂ ਫਿਰ ਜ਼ੁਲਮ ਤਸ਼ੱਦਦ ਦਾ ਦੌਰ ਵੀ ਸ਼ੁਰੂ ਹੋ ਸਕਦਾ। ਸੋ ਪੰਜਾਬ ਦਾ ਨੌਜਵਾਨ ਤਾਂ ਪਹਿਲਾਂ ਹੀ ਹਤਾਸ਼ ਹੈ, ਨਿਰਾਸ਼ ਹੈ। ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਇਸ ਵੇਲੇ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੀ ਹੈ, ਆਪਣਾ ਭਵਿੱਖ ਧੁੰਦਲਾ ਮਹਿਸੂਸ ਕਰ ਰਹੀ ਹੈ। ਜਵਾਨ ਜਿਹੜੇ ਉਹ ਸੜਕਾਂ ਦੇ ਉੱਤੇ ਬੇਰੁਜ਼ਗਾਰ ਨਜ਼ਰ ਆ ਰਹੇ, ਹੱਥ ਵਿੱਚ ਡਿਗਰੀਆਂ ਡਿਪਲੋਮੇ ਆ, ਲੇਕਿਨ ਕਿਤੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ। ਇਸੇ ਤਰ੍ਹਾਂ ਕਿਸਾਨ ਇਹ ਖੁਦਕਸ਼ੀਆਂ ਕਰ ਰਿਹਾ, ਉਹਨਾਂ ਦੇ ਕੋਲ ਇੰਨੀਆਂ ਮਹਿੰਗੀਆਂ ਜ਼ਮੀਨਾਂ ਹੋਣ ਦੇ ਬਾਵਜੂਦ ਅੱਜ ਉਹਨਾਂ ਦੇ ਹਾਲਾਤ ਜਿਹੜੇ ਇੱਕ ਰੇਹੜੀ ਦੇ ਲਗਾਉਣ ਵਾਲਾ ਦੁਕਾਨਦਾਰ ਹੈ ਉਸ ਤੋਂ ਵੀ ਭੈੜੇ ਹੋਏ ਪਏ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿੰਨੀ ਦੇਰ ਤੱਕ ਸੱਚੇ ਦਿਲ ਤੋਂ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ, ਅਕਾਲੀ ਦਲ ਬਾਦਲ ਹੈ ਜਾਂ ਕਾਂਗਰਸ ਹੈ, ਇਹ ਬੀਜੇਪੀ ਨੂੰ ਤਾਂ ਹੁਣ ਪਾਸੇ ਹੀ ਰੱਖ ਲਓ, ਜਾਂ ਆਮ ਆਦਮੀ ਪਾਰਟੀ ਹੈ, ਜਾਂ ਜਿੰਨੇ ਵੀ ਅਸੀਂ ਸਾਰੇ ਲੋਕ ਹਾਂ, ਸਾਨੂੰ ਸਾਰਿਆਂ ਨੂੰ ਇੱਕ ਜੁਟਤਾ ਦੇ ਨਾਲ, ਸੱਚੇ ਮਨ ਦੇ ਨਾਲ ਇੱਕ ਪ੍ਰਭਾਵ
ਵਾਲਾ ਜਿਹੜਾ ਮੁੱਦਾ ਹੈ ਜੀ। ਉਹਨੂੰ ਲੈ ਕੇ ਅੱਗੇ ਜਾਣਾ ਚਾਹੀਦਾ। ਬੀਜੇਪੀ ਨਾਲ ਗੱਠਜੋੜ ਟੁੱਟਿਆ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? 9 ਮਾਸ ਦਾ ਰਿਸ਼ਤਾ ਸੀ। ਲੋਕ ਅਜੇ ਵੀ ਮੰਨਣ ਨੂੰ ਤਿਆਰ ਨਹੀਂ। ਲੋਕ ਇਹ ਗੱਲ ਕਹਿ ਰਹੇ ਨੇ ਕਿ ਇੱਕ ਪਾਸੇ ਤਾਂ ਤੁਸੀਂ ਉਹਨਾਂ ਨਾਲ ਗੱਠਜੋੜ ਤੋੜ ਰਹੇ ਹੋ, ਦੂਜੇ ਪਾਸੇ ਕੇਂਦਰ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਵੀ ਲੈ ਰਹੇ ਹੋ ਜੀ। ਅੱਜ ਤੱਕ ਜਿੰਨੀਆਂ ਵੀ ਸਹੂਲਤਾਂ ਕੇਂਦਰ ਸਰਕਾਰ ਨੇ ਤੁਹਾਨੂੰ ਦਿੱਤੀਆਂ ਉਹ ਸਾਰੀਆਂ ਤੁਸੀਂ ਉਹ ਉਸੇ ਤਰ੍ਹਾਂ ਹੀ ਹੰਢਾ ਰਹੇ ਹੋ। ਸੋ ਇਹ ਜਿਹੜਾ ਬਹੁਤੇ ਲੋਕ ਤਾਂ ਇਹਨੂੰ ਡਰਾਮਾ ਸਮਝ ਰਹੇ, ਪਰ ਮੈਂ ਕਹਿੰਦਾ ਕਿ ਡਰਾਮਾ ਨਾ ਹੋ ਕੇ ਵੀ ਜੇਕਰ ਉਹਨਾਂ ਨੇ ਵਾਕਿਆ ਹੀ ਇਹ ਸਟੈਪ ਚੱਕਿਆ ਤਾਂ ਲੋਕਾਂ ਨੂੰ ਰਿਅਲਾਈਜ਼ ਵੀ ਕਰਾਉਣ ਨਾ ਕਿ ਵਾਕਿਆ ਹੀ ਜੋ ਅਸੀਂ ਕਰ ਰਹੇ ਹਾਂ ਉਹ ਪੰਜਾਬ ਦੇ ਹਿੱਤਾਂ ਲਈ ਕਰ ਰਹੇ ਹਾਂ। ਅੱਜ ਸੋਸ਼ਲ ਮੀਡੀਆ ਦੇਖੋ, ਉੱਥੇ ਕਿੰਨੇ ਕਮੈਂਟਸ ਇਹੋ ਜਿਹੇ ਆ ਰਹੇ ਆ ਕਿ ਤੁਹਾਡੇ ਡਰਾਮੇ ਹੁਣ ਨਹੀਂ ਚੱਲਣੇ। ਸੋ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਵੜ ਚੁੱਕੀ ਹੈ ਕਿ ਪੰਜਾਬ ਦੇ ਨਾਲ ਧੋਖਾ ਕਰਨ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਵਿੱਚੋਂ ਇੱਕ ਅਕਾਲੀ ਦਲ ਬਾਦਲ ਵੀ ਹੈ। ਤਾਂ ਇਹ ਜਿਹੜੀ ਗੱਲ ਆ ਇਹਨਾਂ ਨੂੰ ਹੁਣ ਸਮਝਾਉਣੀ ਚਾਹੀਦੀ ਲੋਕਾਂ ਨੂੰ ਕਿ ਅਸੀਂ ਜੋ ਪਿੱਛੇ ਗਲਤੀਆਂ ਕੀਤੀਆਂ ਉਸ ਤੋਂ ਅਸੀਂ ਸਬਕ ਲਿਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੋਈ ਨਹੀਂ ਕੰਮ ਕਰਾਂਗੇ ਜਿੰਦੇ ਨਾਲ ਪੰਜਾਬ ਦਾ ਜਾਂ ਸਿੱਖ ਕੌਮ ਦਾ ਨੁਕਸਾਨ। ਤੁਹਾਡੀ ਕਦੇ ਵੱਡੇ ਬਾਦਲ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਦੇਖੋ ਅਸੀਂ ਬਿਲਕੁਲ ਜਦੋਂ ਤੋਂ ਇਹਨਾਂ ਤੋਂ ਪਾਸੇ ਹੋਏ ਹਾਂ, ਅਸੀਂ ਇਹਨਾਂ ਤੋਂ ਆਪਣੇ ਆਪ ਨੂੰ ਦੂਰ ਕੀਤਾ ਕਿਉਂਕਿ ਸਾਨੂੰ ਦੇਖੋ ਅੱਜ ਜਿਹੜਾ ਸਿਧਾਂਤਕ ਤੌਰ ਦੇ ਉੱਤੇ ਜਦੋਂ ਵਖਰੇਵੇਂ ਸਾਹਮਣੇ ਆ ਜਾਣ ਤਾਂ ਫਿਰ ਇੱਕ ਲੀਗ ਖਿੱਚੀ ਜਾਂਦੀ ਹੈ। ਅੱਜ ਅਸੀਂ ਇੱਕ ਲੀਗ ਦੇ ਇੱਕ ਪਾਸੇ ਖੜੇ ਹਾਂ, ਉਹ ਦੂਜੇ ਪਾਸੇ ਖੜੇ ਆ। ਅਸੀਂ ਇੱਕੋ ਹੀ ਚਾਹੁੰਦੇ ਹਾਂ ਕਿ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਇੱਕ ਜਥੇਬੰਦੀ ਤਿਆਰ ਹੋਈ ਸੀ, ਇੰਨੇ ਸੰਘਰਸ਼ ਤੋਂ ਬਾਅਦ ਪੈਦਾ ਹੋਈ ਸੀ, ਅੰਗਰੇਜ਼ਾਂ ਨਾਲ ਟੱਕਰ ਲਈ, ਮਹੰਤਾਂ ਨਾਲ ਟੱਕਰ ਲਈ ਔਰ ਏਡੇ ਵੱਡੇ ਮੋਰਚੇ ਲਾਏ, ਗੁਰੂ ਕੇ ਬਾਗ ਦਾ ਮੋਰਚਾ ਲਾਇਆ, ਜੈਤੋ ਦਾ ਮੋਰਚਾ ਲਾਇਆ, ਚਾਬੀਆਂ ਦਾ ਮੋਰਚਾ ਲਾਇਆ, ਕਿੰਨੇ ਮੋਰਚੇ ਲਾ ਕੇ ਤੇ ਇੰਨਾ ਵੱਡਾ ਸੰਘਰਸ਼ ਜਿੱਤਿਆ। ਲੇਕਿਨ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਮੋਰਚੇ ਲੱਗ ਰਹੇ ਆ। ਇੱਕ ਉਹ ਸੰਸਥਾ ਜਿਹੜੀ ਧਰਮ ਦੀ ਰਾਖੀ ਵਾਸਤੇ ਜਬਰ ਜ਼ੁਲਮ ਦੇ ਖਿਲਾਫ ਮੋਰਚੇ ਲਾਉਂਦੀ ਸੀ, ਅੱਜ ਉਸ ਦੇ ਖਿਲਾਫ ਮੋਰਚੇ ਲੱਗ ਰਹੇ ਆ। ਇਹ ਜਿਹੜਾ ਉਲਟ ਫੇਰ ਹੋਇਆ, ਇਸ ਲਈ ਵੀ ਸਿੱਧੇ ਰੂਪ ਦੇ ਵਿੱਚ ਬਾਦਲ ਸਾਹਿਬ ਆਪਾਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ, ਪਾਵਨ ਪਵਿੱਤਰ ਸਰੂਪ ਚੋਰੀ ਹੋਏ, ਉਹਨਾਂ ਨੇ ਐਸਜੀਪੀਸੀ ਨੇ ਦੋਸ਼ੀਆਂ ਨੂੰ ਵੀ ਕਰਾਰ ਕੀਤੇ, ਉਹਨਾਂ ਨੂੰ ਸਜ਼ਾ ਵੀ ਦਿੱਤੀ। ਫਾਇਦਾ ਕੀ ਹੋਇਆ? ਕਿਉਂਕਿ ਸਰੂਪ ਤਾਂ ਵਾਪਸ ਆਏ ਨਹੀਂ। ਦੇਖੋ, ਜਦੋਂ ਇੱਕ ਬਦਨੀਤੀ ਨਾਲ ਕੁਝ ਵੀ ਕੰਮ ਕੀਤਾ ਜਾਵੇ ਤਾਂ ਉਸ ਦੇ ਰਿਜ਼ਲਟ ਫਿਰ ਇਹੋ ਜਿਹੇ ਨਿਕਲਦੇ ਆ। ਪਿਛਲੇ ਸਮੇਂ ਦੇ ਦਰਮਿਆਨ ਤੁਸੀਂ ਦੇਖੋ ਕਿ ਗੁਰੂ ਦੀ ਗੋਲਕ ਦਾ ਕਿਵੇਂ ਲੁੱਟ ਹੋਈ, ਕਿਵੇਂ 96 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਨੇ ਉਹ ਡੇਰਾ ਸੌਦਾ ਸਾਧ ਨੂੰ ਬਚਾਉਣ ਵਾਸਤੇ ਪੇਪਰਾਂ ਦੇ ਵਿੱਚ ਦੇ ਕੇ ਇਹਨਾਂ ਨੇ ਆਪਣਾ ਇੱਕ ਪ੍ਰਭਾਵ ਦਿੱਤਾ। ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੂੰ ਗ੍ਰਹਿਣ ਲੱਗ ਚੁੱਕਾ। ਜਿਹੜੇ ਉਸ ਦੇ ਪ੍ਰਧਾਨ ਨੇ ਮੌਜੂਦਾ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹ 2 ਵਾਰੀ ਤਨਖਾਹੀਆ ਕਰਾਰ ਹੋ ਚੁੱਕੇ ਨੇ। ਤਾਂ ਤੁਸੀਂ ਦੇਖੋ, ਇੱਕ ਗਲਤੀ ਹੋ ਜਾਵੇ ਉਹ ਬੜੀ ਵੱਡੀ ਹੁੰਦੀ ਹੈ, 2 ਗਲਤੀਆਂ ਤਾਂ ਉਹ ਆਪ ਮੰਨ ਚੁੱਕੇ ਆ ਕਿ ਪਹਿਲਾਂ ਡੇਰਾ ਸਿਰਸਾ ਦੇ ਕੋਲ ਵੋਟਾਂ ਮੰਗਣ ਗਏ, ਉਦੋਂ ਤਨਖਾਹੀਆ ਕਰਾਰ ਦਿੱਤੇ ਗਏ। ਦੁਬਾਰਾ ਹੁਣ 328 ਪਾਵਨ ਪਵਿੱਤਰ ਸਰੂਪਾਂ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਫਿਰ ਤਨਖਾਹ ਲੱਗੀ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਤਾਣਾ ਬਾਣਾ ਹੋਵੇਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਲੱਗਾ। ਤਾਂ ਉਹ ਪ੍ਰਸ਼ਨ ਚਿੰਨ੍ਹ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਹੋਵੇ, ਉਹ ਸਿੱਖ ਲਈ ਬਹੁਤ ਵੱਡਾ ਨੁਕਸਾਨਦੇਹ ਆ। ਤੁਹਾਡੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੁਣ 2022 ਵਾਸਤੇ ਕੀ ਰਣਨੀਤੀ ਰਹੇਗੀ? ਸਾਡੀ ਰਣਨੀਤੀ ਇਹ ਕਿ ਅਸੀਂ ਤੀਸਰਾ ਫਰੰਟ ਬਣਾਉਣ ਵਾਸਤੇ ਪਹਿਲਾਂ ਵੀ ਜਦੋਜਹਿਦ ਕੀਤੀ ਸੀ ਲੋਕ ਸਭਾ ਇਲੈਕਸ਼ਨ ਦੇ ਵਿੱਚ, ਹੁਣ ਵੀ ਕਰ ਰਹੇ ਹਾਂ। ਔਰ ਸਾਡੀ ਕੋਸ਼ਿਸ਼ ਇਹ ਆ ਕਿ ਜਿੰਨੇ ਵੀ ਸਪਲਿੰਟਰ ਗਰੁੱਪ ਨੇ, ਜਿਨ੍ਹਾਂ ਦੇ ਵਿੱਚ ਬੈਂਸ ਸਾਹਿਬ ਜਿਹੜੇ ਬੈਂਸ ਬ੍ਰਦਰ ਨੇ, ਧਰਮਵੀਰ ਗਾਂਧੀ ਜੀ ਨੇ, ਬਹੁਜਨ ਸਮਾਜ ਪਾਰਟੀ ਹੈ, ਖਹਿਰਾ ਸਾਹਿਬ ਨੇ, ਸਰਦਾਰ ਸੁਖਪਾਲ ਸਿੰਘ ਖਹਿਰਾ, ਤੇ ਆਮ ਆਦਮੀ ਪਾਰਟੀ ਹੈ, ਭਗਵੰਤ ਮਾਨ ਹੋਰੀ ਨੇ, ਸਾਰੇ, ਕਿਉਂਕਿ ਪੰਜਾਬ ਜਿਹੜਾ ਉਹ 3 ਹਿੱਸਿਆਂ 'ਚ ਵੰਡਿਆ, ਮਾਝਾ, ਮਾਲਵਾ ਤੇ ਦੁਆਬਾ। ਮਾਝੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸਭ ਤੋਂ ਜ਼ਿਆਦਾ ਪਕੜ ਹੈ। ਦੁਆਬੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਹੋਰ ਜਿੰਨੇ ਵੀ ਹੈਗੇ ਆ ਗਰੁੱਪ, ਉਹਨਾਂ ਦੀ ਆਪਣੀ ਆਪਣੀ ਭੂਮਿਕਾ। ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ, ਬੈਂਸ ਬ੍ਰਦਰ ਤੇ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ, ਉਹਨਾਂ ਦੀ ਆਪਣੀ ਇੱਕ ਥਾਂ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਹੁਣ ਵੀ ਜਿਹੜੇ ਕਈ ਕਿਸਾਨ ਯੂਨੀਅਨ ਜਥੇਬੰਦੀਆਂ ਵੀ ਅੱਗੇ ਆ ਚੁੱਕੀਆਂ, ਸੋ ਇੱਕ ਰਾਜਨੀਤੀ ਦੇ ਵਿੱਚ ਇੱਕ ਬਦਲਾਅ ਦੀ ਲਹਿਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਭਾਵੇਂ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਸੀ ਮੈਂ ਸਰਕਾਰ ਬਣਾ ਲਾਂਗੀ, ਪਰ ਉਹ ਇਕੱਲੇ ਸਨ, ਇਕੱਲਿਆਂ ਹੋਣ ਕਰਕੇ ਉਦੋਂ ਸਰਕਾਰ ਨਹੀਂ ਬਣਾ ਸਕੇ। ਅੱਜ ਵੀ ਸਿਚੁਏਸ਼ਨ ਉਹ ਹੈ। ਅੱਜ ਕੋਈ ਵੀ ਇਕੱਲਾ ਜੇ ਅਸੀਂ ਕਹੀਏ ਕਿ ਅਸੀਂ ਕੁਝ ਕਰ ਲਾਂਗੇ,
ਕੱਲਿਆਂ ਕਿਸੇ ਕੋਲ ਨਹੀਂ ਹੋਣਾ। ਢੀਂਡਸਾ ਸਾਹਿਬ ਕਹਿ ਦੇਣ ਅਸੀਂ ਕੁਝ ਕਰ ਲਾਂਗੇ, ਉਹਨਾਂ ਕੋਲ ਵੀ ਕੁਝ ਨਹੀਂ ਹੋਣਾ। ਇਸ ਲਈ ਸਾਨੂੰ ਇੱਕ ਜੁੜਤਾ ਦਿਖਾਉਣ ਦੀ ਲੋੜ ਹੈ। ਸੋ ਇੱਕ ਗੱਠਜੋੜ ਬੀਜੇਪੀ ਦੇ ਨਾਲ ਹੋ ਸਕਦਾ? ਨਹੀਂ, ਕਦੇ ਵੀ ਨਹੀਂ। ਇਹ ਤਾਂ ਤੁਸੀਂ ਦੇਖੋ, ਜਿਹੜੀ ਬੀਜੇਪੀ ਅੱਜ ਕਿਸਾਨ ਮਾਰੂ ਬਿੱਲ ਲੈ ਕੇ ਆਈ ਹੈ, ਜਿਸ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਬਾਦਲ ਵਰਗੀ ਪਾਰਟੀ ਜਿਹਦੇ ਉੱਤੇ ਇੰਨੇ ਦੋਸ਼ ਲੱਗੇ, ਉਹ ਵੀ ਉਹਦੇ ਨਾਲ ਗੱਠਜੋੜ ਤੋੜ ਲੈਂਦੀ ਹੈ, ਤਾਂ ਉਹਦੇ ਨਾਲ ਜਿਹੜਾ ਵੀ ਗੱਠਜੋੜ ਕਰੇਗਾ ਉਹ ਤਾਂ ਖਾਈ ਦੇ ਵਿੱਚ ਨਹੀਂ, ਥੱਲੇ ਖੂਹ ਦੇ ਵਿੱਚ ਡਿੱਗ ਪਏਗਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਅੱਜ ਦੀ ਸਿਆਸਤ ਦੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੋ ਕੀਤੀ ਜਾ ਰਹੀ ਹੈ, ਆਪਾਂ ਉਸ 'ਤੇ ਵੱਖ-ਵੱਖ ਵਿਚਾਰ ਚਰਚਾ ਕੀਤੀ ਹੈ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।